ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਢਰਪੁਰ ਵਿੱਚ ਇੱਕ ਪੰਡਤ ਰਹਿੰਦਾ ਸੀ। ਉਹ ਬਹੁਤ ਅਮੀਰ ਤੇ ਹੰਕਾਰੀ ਸੀ। ਉਸ ਦੀ ਇਸਤਰੀ ਭਗਤ ਨਾਮਦੇਵ ਜੀ ਦੀ ਪਤਨੀ ਰਾਜਾ ਬਾਈ ਦੀ ਪੱਕੀ ਸਹੇਲੀ ਸੀ। ਇੱਕ ਦਿਨ ਉਹ ਰਾਜਾ ਬਾਈ ਨੂੰ ਮਿਲਣ ਆਈ ਤੇ ਘਰ ਦੇ ਸਾਰੇ ਵਾਤਾਵਰਨ ਨੂੰ ਦੇਖ ਕੇ ਆਖਣ ਲੱਗੀ, ਭੈਣੇ, ਤੇਰੇ ਘਰ ਵਿੱਚ ਮੈਨੂੰ ਬਹੁਤ ਗਰੀਬੀ ਜਾਪਦੀ ਹੈ। ਅਸੀਂ ਤਾਂ ਬਹੁਤ ਅਮੀਰ ਹਾਂ। ਸਾਡੇ ਘਰ ਵਿੱਚ ਬੇਸ਼ੁਮਾਰ ਦੌਲਤ ਹੈ। ਸੋਨੇ ਚਾਂਦੀ ਤੇ ਸੋਹਣੇ ਕੱਪੜਿਆਂ ਦੇ ਸੰਦੂਕ ਭਰੇ ਪਏ ਹਨ। ਇਹ ਸਾਰੀਆਂ ਗੱਲਾਂ ਸੁਣ ਕੇ ਰਾਜਾ ਬਾਈ ਨੇ ਕਿਹਾ, ਭੈਣੇ, ਇੰਨਾ ਸੋਨਾ ਚਾਂਦੀ ਤੇਰੇ ਘਰ ਕਿੱਥੋਂ ਆਇਆ? ਸਾਡੇ ਘਰ ਦਾ ਤਾਂ ਬਸ ਗੁਜ਼ਾਰਾ ਹੀ ਚੱਲਦਾ ਹੈ। ਰਾਜਾ ਬਾਈ ਨੂੰ ਪੰਡਤ ਦੀ ਪਤਨੀ ਕਹਿਣ ਲੱਗੀ, ਭੈਣੇ, ਮੇਰੇ ਘਰ ਵਾਲੇ ਕੋਲ ਇੱਕ ਪੱਥਰ ਹੈ। ਉਸ ਨੂੰ ਉਹ ਪਾਰਸ ਕਹਿੰਦਾ ਹੈ। ਉਸ ਨੂੰ ਜਿਸ ਵੀ ਲੋਹੇ ਨਾਲ ਲਾ ਦਈਏ ਉਹ ਸੋਨਾ ਬਣ ਜਾਂਦਾ ਹੈ। ਜੇ ਤੂੰ ਵੀ ਅਮੀਰ ਬਣਨਾ ਚਾਹੁੰਦੀ ਹੈ ਤਾਂ ਮੈਂ ਤੈਨੂੰ ਉਹ ਪਾਰਸ ਲਿਆ ਦਿੰਦੀ ਹਾਂ। ਤੂੰ ਆਪਣੀ ਲੋੜ ਅਨੁਸਾਰ ਸੋਨਾ ਬਣਾ ਕੇ ਉਹ ਪਾਰਸ ਮੈਨੂੰ ਵਾਪਸ ਦੇ ਦੀ, ਪਰ ਇਹ ਗੱਲ ਕਿਸੇ ਨੂੰ ਨਾ ਦੱਸੀ। ਰਾਜਾ ਬਾਈ ਆਪਣੀ ਸਹੇਲੀ ਕੋਲੋਂ ਪਾਰਸ ਵਾਲੀ ਗੱਲ ਸੁਣ ਕੇ ਬਹੁਤ ਖੁਸ਼ ਹੋਈ ਤੇ ਆਖਣ ਲੱਗੀ, ਚੰਗਾ ਭੈਣੇ, ਤੂੰ ਮੈਨੂੰ ਉਹ ਪਾਰਸ ਲਿਆ ਦੇ। ਮੈਂ ਸੋਨਾ ਬਣਾ ਕੇ ਤੈਨੂੰ ਛੇਤੀ ਹੀ ਵਾਪਸ ਕਰ ਦਿਆਂਗੀ। ਪੰਡਤ ਦੀ ਪਤਨੀ ਨੇ ਉਹ ਪਾਰਸ ਰਾਜਾ ਬਾਈ ਨੂੰ ਲਿਆ ਕੇ ਦੇ ਦਿੱਤਾ ਤੇ ਆਪ ਇਹ ਤਾਕੀਦ ਕਰਕੇ ਚਲੀ ਗਈ ਕਿ ਇਸ ਪਾਰਸ ਬਾਰੇ ਹੋਰ ਕਿਸੇ ਨੂੰ ਪਤਾ ਨਾ ਲੱਗੇ। ਕੁਝ ਸਮੇਂ ਪਿੱਛੋਂ ਜਦੋਂ ਭਗਤ ਨਾਮਦੇਵ ਜੀ ਘਰ ਆਏ ਤਾਂ ਉਹਨਾਂ ਦੀ ਧਰਮ ਪਤਨੀ ਰਾਜਾ ਬਾਈ ਨੇ ਆਪਣੀ ਸਹੇਲੀ ਦੀ ਪਾਰਸ ਵਾਲੀ ਗੱਲ ਬੜੀ ਖੁਸ਼ੀ ਨਾਲ ਭਗਤ ਨਾਮਦੇਵ ਜੀ ਨੂੰ ਦੱਸੀ ਤੇ ਉਹ ਪਾਰਸ ਵੀ ਲਿਆ ਕੇ ਦਿਖਾਇਆ ਤੇ ਕਿਹਾ, ਅਸੀਂ ਆਪਣੇ ਘਰ ਵਿੱਚ ਜਿੰਨਾ ਵੀ ਲੋਹਾ ਹੈ ਸਭ ਨਾਲ ਪਾਰਸ ਨੂੰ ਲਾ ਕੇ ਸੋਨਾ ਬਣਾ ਲਈਏ, ਜਿਸ ਨਾਲ ਸਾਡੇ ਘਰ ਦੀ ਗਰੀਬੀ ਦੂਰ ਹੋ ਜਾਏਗੀ। ਭਗਤ ਨਾਮਦੇਵ ਜੀ ਨੇ ਉਹ ਪਾਰਸ ਰਾਜਾ ਬਾਈ ਤੋਂ ਦੱਸੇ ਬਗੈਰ ਹੀ ਭੀਮਾ ਨਦੀ ਵਿੱਚ ਸੁੱਟ ਦਿੱਤਾ। ਉਧਰ ਜਦੋਂ ਪੰਡਤ ਆਪਣੇ ਘਰ ਆਇਆ ਤੇ ਜਦੋਂ ਉਸਨੇ ਪਾਰਸ ਨੂੰ ਜਿੱਥੇ ਉਸਨੇ ਰੱਖਿਆ ਹੋਇਆ ਸੀ ਉੱਥੇ ਨਾ ਵੇਖਿਆ ਤਾਂ ਆਪਣੀ ਘਰਵਾਲੀ ਨੂੰ ਪੁੱਛਿਆ ਕਿ ਪਾਰਸ ਕਿੱਥੇ ਹੈ। ਤਾਂ ਉਸਦੀ ਘਰਵਾਲੀ ਨੇ ਪਹਿਲਾਂ ਤਾਂ ਬਹੁਤ ਟਾਲ ਮਟੋਲ ਕੀਤਾ, ਪਰ ਜਦੋਂ ਪੰਡਤ ਨੇ ਗੁੱਸੇ ਨਾਲ ਪੁੱਛਿਆ ਤਾਂ ਉਸਦੀ ਪਤਨੀ ਨੇ ਕਿਹਾ, ਮੈਂ ਉਹ ਆਪਣੀ ਸਹੇਲੀ ਰਾਜਾ ਬਾਈ ਨੂੰ ਥੋੜ੍ਹੀ ਦੇਰ ਵਾਸਤੇ ਦੇ ਕੇ ਆਈ ਹਾਂ, ਹੁਣੇ ਹੀ ਲਿਆ ਦਿੰਦੀ ਹਾਂ। ਜਦੋਂ ਪੰਡਤ ਦੀ ਘਰਵਾਲੀ ਨੇ ਰਾਜਾ ਬਾਈ ਕੋਲੋਂ ਆ ਕੇ ਪਾਰਸ ਮੰਗਿਆ ਤਾਂ ਉਹ ਕਹਿਣ ਲੱਗੀ, ਮੈਂ ਉਹ ਭਗਤ ਜੀ ਨੂੰ ਦਿੱਤਾ ਸੀ ਤੇ ਹੁਣੇ ਹੀ ਉਹਨਾਂ ਕੋਲੋਂ ਲੈ ਕੇ ਦਿੰਦੀ ਹਾਂ। ਜਦੋਂ ਰਾਜਾ ਬਾਈ ਨੇ ਭਗਤ ਨਾਮਦੇਵ ਜੀ ਕੋਲੋਂ ਪਾਰਸ ਮੰਗਿਆ ਤੇ ਨਾਲੇ ਕਿਹਾ, ਅਸੀਂ ਜਲਦੀ ਨਾਲ ਜਿੰਨਾ ਵੀ ਆਪਣੇ ਘਰ ਲੋਹਾ ਹੈ ਉਸ ਨੂੰ ਸੋਨਾ ਬਣਾ ਲਈਏ, ਕਿਉਂਕਿ ਮੇਰੀ ਸਹੇਲੀ ਆਪਣਾ ਪਾਰਸ ਲੈਣ ਆਈ ਹੈ। ਭਗਤ ਨਾਮਦੇਵ ਜੀ ਨੇ ਸਹਿ ਸੁਭਾਅ ਹੀ ਕਹਿ ਦਿੱਤਾ ਕਿ ਮੈਂ ਤਾਂ ਉਹ ਪੱਥਰ ਜਿਹਾ ਨਦੀ ਵਿੱਚ ਸੁੱਟ ਦਿੱਤਾ ਸੀ। ਇਹ ਸੁਣ ਕੇ ਰਾਜਾ ਬਾਈ ਬੜੀ ਹੈਰਾਨ ਹੋਈ ਕਿ ਮੇਰੀ ਸਹੇਲੀ ਨੇ ਮੇਰੇ ਨਾਲ ਪ੍ਰੇਮ ਕਰਕੇ ਮੈਨੂੰ ਐਡੀ ਵੱਡਮੁੱਲੀ ਚੀਜ਼ ਦਿੱਤੀ ਸੀ ਤੇ ਭਗਤ ਜੀ ਨੇ ਉਹ ਨਦੀ ਵਿੱਚ ਸੁੱਟ ਦਿੱਤੀ ਹੈ। ਉਹ ਮੇਰੇ ਬਾਰੇ ਕੀ ਸੋਚੇਗੀ? ਆਖਰ ਉਸਨੇ ਦਿਲ ਪੱਕਾ ਕਰਕੇ ਆਪਣੀ ਸਹੇਲੀ ਨੂੰ ਕਿਹਾ, ਭੈਣੇ, ਮੈਂ ਬਹੁਤ ਸ਼ਰਮਿੰਦੀ ਹਾਂ। ਉਹ ਪਾਰਸ ਤੇ ਭਗਤ ਜੀ ਨੇ ਨਦੀ ਵਿੱਚ ਸੁੱਟ ਦਿੱਤਾ ਹੈ। ਇਹ ਸੁਣ ਕੇ ਰਾਜਾ ਬਾਈ ਦੀ ਸਹੇਲੀ ਰੋਣ ਪਿੱਟਣ ਲੱਗ ਗਈ। ਜਦੋਂ ਉਸਨੇ ਇਹ ਗੱਲ ਪੰਡਤ ਨੂੰ ਆ ਕੇ ਦੱਸੀ ਤਾਂ ਉਸਨੇ ਪਹਿਲਾਂ ਤਾਂ ਪੰਡਤਾਣੀ ਨੂੰ ਕਾਫੀ ਕੁੱਟਿਆ ਮਾਰਿਆ। ਫਿਰ ਭਗਤ ਨਾਮਦੇਵ ਜੀ ਦੇ ਘਰ ਆ ਕੇ ਉਹਨਾਂ ਨੂੰ ਕਹਿਣ ਲੱਗਿਆ, ਭਗਤ ਜੀ, ਮੇਰਾ ਪਾਰਸ ਜਿੱਥੇ ਵੀ ਲੁਕਾਇਆ ਹੈ ਮੈਨੂੰ ਦੇ ਦਿਓ। ਭਗਤ ਨਾਮਦੇਵ ਜੀ ਨੇ ਕਿਹਾ, ਮੈਂ ਤਾਂ ਉਹ ਪੱਥਰ ਦਾ ਰੋੜਾ ਸਮਝ ਕੇ ਨਦੀ ਵਿੱਚ ਸੁੱਟ ਦਿੱਤਾ ਹੈ। ਪੰਡਤ ਕਹਿਣ ਲੱਗਾ, ਭਗਤ ਜੀ, ਤੁਸੀਂ ਐਡੇ ਨਿਆਣੇ ਨਹੀਂ ਕਿ ਇੱਕ ਕੀਮਤੀ ਚੀਜ਼ ਪਾਰਸ ਨੂੰ ਨਦੀ ਵਿੱਚ ਸੁੱਟ ਦਿੱਤਾ ਹੋਵੇ। ਤੁਸੀਂ ਉਹ ਜ਼ਰੂਰ ਆਪਣੇ ਘਰ ਲੁਕਾ ਕੇ ਰੱਖਿਆ ਹੈ। ਮੈਨੂੰ ਮੇਰਾ ਪਾਰਸ ਲਿਆ ਦਿਓ, ਨਹੀਂ ਤਾਂ ਮੈਂ ਤੁਹਾਡੇ ਨਾਲ ਲੜਾਈ ਝਗੜਾ ਕਰਾਂਗਾ। ਪੰਡਤ ਦੇ ਇੰਨੇ ਗੁੱਸੇ ਭਰੇ ਬੋਲ ਸੁਣ ਕੇ ਭਗਤ ਨਾਮਦੇਵ ਜੀ ਉਸ ਨੂੰ ਭੀਮਾ ਨਦੀ ਕੰਢੇ ਲੈ ਗਏ ਤੇ ਆਪ ਪਾਣੀ ਵਿੱਚ ਜਾ ਕੇ ਰੋੜਾਂ ਦਾ ਬੁੱਕ ਭਰ ਲਿਆਂਦਾ ਤੇ ਆ ਕੇ ਪੰਡਤ ਨੂੰ ਕਿਹਾ ਕਿ ਇਹਨਾਂ ਪਾਰਸਾਂ 'ਚੋਂ ਜਿਹੜਾ ਤੁਹਾਡਾ ਪਾਰਸ ਹੈ ਉਹ ਤੁਸੀਂ ਚੰਗੀ ਤਰ੍ਹਾਂ ਪਛਾਣ ਕੇ ਲੈ ਲਓ।
ਜਦੋਂ ਪੰਡਤ ਨੇ ਭਗਤ ਨਾਮਦੇਵ ਜੀ ਦਾ ਭਰਿਆ ਬੁੱਕ ਵੇਖਿਆ ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਭਗਤ ਜੀ ਦਾ ਬੁੱਕ ਪਾਰਸਾਂ ਨਾਲ ਭਰਿਆ ਪਿਆ ਹੈ ਤੇ ਸਭ ਉਸਦੇ ਆਪਣੇ ਪਾਰਸ ਵਰਗੇ ਹੀ ਹਨ, ਜਿਨ੍ਹਾਂ ਵਿੱਚ ਕੋਈ ਫਰਕ ਨਹੀਂ। ਉਸ ਨੂੰ ਆਪਣੇ ਪਾਰਸ ਦੀ ਪਹਿਚਾਣ ਹੀ ਨਾ ਹੋ ਸਕੀ। ਇਹ ਸਾਰਾ ਹੀ ਕੌਤਕ ਦੇਖ ਕੇ ਉਹ ਪੰਡਤ ਭਗਤ ਨਾਮਦੇਵ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ, ਤੁਸੀਂ ਮੇਰੀ ਮੱਤ ਤੇ ਜੋ ਪਿਆ ਹੋਇਆ ਪਰਦਾ ਸੀ ਉਹ ਦੂਰ ਕਰ ਦਿੱਤਾ ਹੈ। ਅਸਲ ਵਿੱਚ ਤੁਸੀਂ ਪਾਰਸ ਹੋ, ਜਿਸ ਨਾਲ ਲੱਗ ਕੇ ਮੈਂ ਪਾਪੀ ਵੀ ਤਰ ਗਿਆ ਹਾਂ। ਇਸੇ ਪ੍ਰਕਾਰ ਇੱਕ ਦਿਨ ਭਗਤ ਨਾਮਦੇਵ ਜੀ ਮੰਦਰ ਤੋਂ ਪੂਜਾ ਕਰਕੇ ਘਰ ਵਾਪਸ ਆ ਰਹੇ ਸਨ ਕਿ ਇੱਕ ਬ੍ਰਾਹਮਣ ਨੇ ਭਗਤ ਜੀ ਦੇ ਬੂਹੇ ਅੱਗੇ ਆ ਕੇ ਪ੍ਰਸ਼ਾਦ ਛਕਣ ਲਈ ਕਿਹਾ। ਤਾਂ ਅੱਗੋਂ ਭਗਤ ਜੀ ਨੇ ਕਿਹਾ, ਪੰਡਤ ਜੀ, ਤੁਸੀਂ ਆਪ ਹੀ ਤਾਂ ਇੱਕ ਗੱਲ ਦਾ ਪ੍ਰਚਾਰ ਕਰਦੇ ਹੋ ਕਿ ਏਕਾਦਸ਼ੀ ਦਾ ਵਰਤ ਰੱਖਣਾ ਚਾਹੀਦਾ ਹੈ, ਜਿਸ ਦਾ ਬਹੁਤ ਵੱਡਾ ਮਹਾਤਮ ਹੈ, ਪਰ ਅੱਜ ਹੀ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਨੂੰ ਪ੍ਰਸ਼ਾਦ ਛਕਾਓ। ਪੰਡਤ ਜੀ, ਅੱਜ ਏਕਾਦਸ਼ੀ ਹੈ, ਇਸ ਕਰਕੇ ਮੈਂ ਰੋਟੀ ਬਿਲਕੁਲ ਨਹੀਂ ਖਵਾ ਸਕਦਾ। ਇਹ ਗੱਲ ਸੁਣ ਕੇ ਪੰਡਤ ਨੇ ਕਿਹਾ, ਮੈਂ ਏਕਾਦਸ਼ੀ ਨੂੰ ਕੀ ਕਰਾਂ? ਮੇਰੀ ਤਾਂ ਭੁੱਖ ਦੇ ਨਾਲ ਜਾਨ ਨਿਕਲਦੀ ਜਾ ਰਹੀ ਹੈ। ਮੈਨੂੰ ਤੁਸੀਂ ਖਾਣ ਵਾਸਤੇ ਜ਼ਰੂਰ ਅੰਨ ਦਿਓ। ਜਦੋਂ ਭਗਤ ਜੀ ਨੇ ਫੇਰ ਨਾ ਕੀਤੀ ਤਾਂ ਪੰਡਤ ਨੇ ਕਿਹਾ, ਮੈਂ ਭੁੱਖ ਦੇ ਕਾਰਨ ਤੇਰੇ ਬੂਹੇ ਅੱਗੇ ਜਾਨ ਦੇ ਦਿਆਂਗਾ ਤੇ ਤੈਨੂੰ ਬ੍ਰਾਹਮਣ ਹੱਤਿਆ ਦਾ ਪਾਪ ਲੱਗੇਗਾ। ਭਗਤ ਜੀ ਨੇ ਕਿਹਾ, ਮਾਰਨਾ ਰੱਖਣਾ ਸਭ ਮੇਰੇ ਪਰਮਾਤਮਾ ਦੇ ਹੱਥ ਵਿੱਚ ਹੈ। ਮੈਨੂੰ ਉਸ ਬਾਰੇ ਪੁੰਨ ਪਾਪ ਦਾ ਕੋਈ ਡਰ ਨਹੀਂ। ਜਦੋਂ ਭਗਤ ਜੀ ਨੇ ਇੰਨੀ ਗੱਲ ਕਹੀ ਤਾਂ ਪੰਡਤ ਨੇ ਭਗਤ ਜੀ ਦੇ ਬੂਹੇ ਅੱਗੇ ਆਪਣੇ ਪ੍ਰਾਣ ਤਿਆਗ ਦਿੱਤੇ। ਇਹ ਵੇਖ ਕੇ ਬਹੁਤ ਸਾਰੇ ਲੋਕ ਭਗਤ ਨਾਮਦੇਵ ਜੀ ਦੇ ਬੂਹੇ ਅੱਗੇ ਇਕੱਠੇ ਹੋ ਗਏ ਅਤੇ ਭਗਤ ਜੀ ਨੂੰ ਪੁੱਛਣ ਲੱਗੇ ਕਿ ਇਹ ਸਭ ਕੁਝ ਕਿਵੇਂ ਹੋਇਆ। ਭਗਤ ਨਾਮਦੇਵ ਜੀ ਨੇ ਸਾਰੀ ਗੱਲ ਲੋਕਾਂ ਨੂੰ ਦੱਸ ਦਿੱਤੀ। ਫਿਰ ਲੋਕਾਂ ਨੇ ਭਗਤ ਜੀ ਨੂੰ ਕਿਹਾ, ਤੁਸੀਂ ਤਾਂ ਐਵੇਂ ਹੀ ਬ੍ਰਾਹਮਣ ਦੀ ਹੱਤਿਆ ਦਾ ਪਾਪ ਆਪਣੇ ਸਿਰ ਲੈ ਲਿਆ ਹੈ। ਤੁਸੀਂ ਪੰਡਤ ਨੂੰ ਖਾਣ ਨੂੰ ਅੰਨ ਦੇ ਦੇਣਾ ਸੀ। ਭਗਤ ਜੀ ਨੇ ਕਿਹਾ, ਮੈਨੂੰ ਕੀਤੇ ਪਾਪ ਬਾਰੇ ਪਛਤਾਤਾਪ ਕਰਨ ਦੀ ਮੇਰੇ ਪ੍ਰਭੂ ਨੇ ਮੈਨੂੰ ਵਿਧੀ ਸਮਝਾਈ ਹੋਈ ਹੈ। ਭਗਤ ਨਾਮਦੇਵ ਜੀ ਨੇ ਬ੍ਰਾਹਮਣ ਦੀ ਲਾਸ਼ ਨੂੰ ਚੁੱਕ ਕੇ ਮੜੀਆਂ ਵਿੱਚ ਖੜ ਕੇ ਇੱਕ ਵੱਡੀ ਚਿਖਾ ਬਣਾਈ ਤੇ ਉਸ ਵਿੱਚ ਪੰਡਤ ਦੀ ਲਾਸ਼ ਨੂੰ ਆਪਣੇ ਸਮੇਤ ਰੱਖ ਕੇ ਅੱਗ ਲਗਾ ਦਿੱਤੀ। ਭਗਤ ਜੀ ਦਾ ਪੱਕਾ ਵਿਸ਼ਵਾਸ ਦੇਖ ਕੇ ਪ੍ਰਭੂ ਜੀ ਆਪ ਪ੍ਰਗਟ ਹੋ ਗਏ ਤੇ ਆਪਣੇ ਭਗਤ ਦਾ ਪ੍ਰੇਮ ਵੇਖ ਕੇ ਖੁਸ਼ੀ ਨਾਲ ਭਗਤ ਨਾਮਦੇਵ ਜੀ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਭਗਤ ਜੀ ਨੂੰ ਕਿਹਾ ਕਿ ਇਹ ਸਭ ਗੁਰੂ ਧਾਰਨ ਕਰਨ ਦਾ ਹੀ ਨਤੀਜਾ ਹੈ, ਜੋ ਤੁਸੀਂ ਮੈਨੂੰ ਇਸ ਰੂਪ ਵਿੱਚ ਵੀ ਪਹਿਚਾਣ ਲਿਆ ਹੈ। ਇਸੇ ਪ੍ਰਕਾਰ ਇੱਕ ਦਿਨ ਭਗਤ ਨਾਮਦੇਵ ਜੀ ਜਦੋਂ ਪੂਜਾ ਕਰਕੇ ਘਰ ਵਾਪਸ ਆਏ ਤਾਂ ਉਹਨਾਂ ਦੀ ਪਤਨੀ ਰਾਜਾ ਬਾਈ ਦੇ ਭਰਾ ਆਏ ਹੋਏ ਸਨ। ਰਾਜਾ ਬਾਈ ਨੇ ਭਗਤ ਜੀ ਨੂੰ ਕਿਹਾ ਕਿ ਮੇਰੇ ਭਰਾ ਕਿੰਨੇ ਹੀ ਚਿਰ ਪਿੱਛੋਂ ਆਏ ਹਨ, ਘਰ ਵਿੱਚ ਇਹਨਾਂ ਦੇ ਖਵਾਉਣ ਲਈ ਕੋਈ ਚੀਜ਼ ਨਹੀਂ ਹੈ। ਤੁਸੀਂ ਬਾਜ਼ਾਰੋਂ ਖਾਣ ਪੀਣ ਵਾਲੀਆਂ ਚੀਜ਼ਾਂ ਲਿਆ ਦਿਓ, ਮੈਂ ਉਹਨਾਂ ਨੂੰ ਭੋਜਨ ਬਣਾ ਕੇ ਛਕਾਵਾਂ। ਆਪਣੇ ਧਰਮ ਪਤਨੀ ਜੀ ਤੋਂ ਇਹ ਗੱਲ ਸੁਣ ਕੇ ਭਗਤ ਨਾਮਦੇਵ ਜੀ ਇਹ ਕਹਿ ਕੇ ਫਿਰ ਬਾਹਰ ਚਲੇ ਗਏ ਕਿ ਅੱਜ ਏਕਾਦਸ਼ੀ ਹੈ, ਇਸ ਕਰਕੇ ਅੱਜ ਆਪਣੇ ਘਰ ਬਿਲਕੁਲ ਖਾਣਾ ਨਹੀਂ ਬਣੇਗਾ। ਰਾਜਾ ਬਾਈ ਤੇ ਉਸਦੇ ਭਰਾ ਭੁੱਖ ਨਾਲ ਵਿਆਕੁਲ ਹੋ ਰਹੇ ਸਨ। ਇੰਨੇ ਚਿਰ ਨੂੰ ਸੇਠ ਦਾ ਭੇਸ ਬਣਾ ਕੇ ਪਰਮਾਤਮਾ ਨੇ ਭਗਤ ਨਾਮਦੇਵ ਜੀ ਦੇ ਬੂਹੇ ਅੱਗੇ ਆ ਕੇ ਭਗਤ ਜੀ ਨੂੰ ਆਵਾਜ਼ ਮਾਰੀ ਤਾਂ ਰਾਜਾ ਬਾਈ ਨੇ ਕਿਹਾ, ਭਗਤ ਜੀ ਤੇ ਘਰ ਨਹੀਂ ਹਨ। ਤਾਂ ਸੇਠ ਨੇ ਕਿਹਾ, ਇਹ ਝੋਲਾ ਭਗਤ ਜੀ ਨੇ ਭੇਜਿਆ ਹੈ, ਤੁਸੀਂ ਇਸ ਵਿੱਚੋਂ ਲੋੜ ਅਨੁਸਾਰ ਧਨ ਵਰਤ ਲਓ। ਜਦੋਂ ਰਾਜਾ ਬਾਈ ਨੇ ਵੇਖਿਆ ਕਿ ਉਹ ਝੋਲਾ ਸੋਨੇ ਦੀਆਂ ਮੁੰਦਰਾਂ ਨਾਲ ਭਰਿਆ ਹੋਇਆ ਸੀ, ਉਸਨੇ ਲੋੜ ਅਨੁਸਾਰ ਧਨ ਵਰਤ ਕੇ ਘਰ ਵਿੱਚ ਜ਼ਰੂਰੀ ਚੀਜ਼ਾਂ ਲਿਆਂਦੀਆਂ ਤੇ ਆਪਣੇ ਭਰਾਵਾਂ ਦੀ ਖੂਬ ਟਹਿਲ ਸੇਵਾ ਕੀਤੀ। ਇੰਨੇ ਚਿਰ ਨੂੰ ਭਗਤ ਜੀ ਵੀ ਘਰ ਆ ਗਏ। ਜਦੋਂ ਉਹਨਾਂ ਨੇ ਸਭ ਕੁਝ ਆ ਕੇ ਵੇਖਿਆ ਤਾਂ ਬੜੇ ਹੈਰਾਨ ਹੋਏ ਕਿ ਉਹਨਾਂ ਦੀ ਧਰਮ ਪਤਨੀ ਰਾਜਾ ਬਾਈ ਆਪਣੇ ਭਰਾਵਾਂ ਲਈ ਚੰਗਾ ਭੋਜਨ ਤਿਆਰ ਕਰਕੇ ਛਕਾ ਰਹੀ ਹੈ। ਭਗਤ ਜੀ ਨੇ ਰਾਜਾ ਬਾਈ ਨੂੰ ਪੁੱਛਿਆ, ਇਹ ਸਭ ਕੁਝ ਤੂੰ ਕਿੱਥੋਂ ਲਿਆਂਦਾ ਹੈ? ਤਾਂ ਉਹਨਾਂ ਦੀ ਧਰਮ ਪਤਨੀ ਨੇ ਕਿਹਾ, ਇਹ ਤੁਸੀਂ ਹੀ ਇੱਕ ਸੇਠ ਕੋਲ ਸਭ ਕੁਝ ਭੇਜਿਆ ਹੈ। ਉਹ ਸੇਠ ਇੱਕ ਸੋਨੇ ਦੀਆਂ ਭਰੀਆਂ ਮੁੰਦਰਾਂ ਦਾ ਝੋਲਾ ਦੇ ਕੇ ਗਿਆ ਹੈ ਤੇ ਕਹਿੰਦਾ ਸੀ ਇਹ ਭਗਤ ਜੀ ਨੇ ਹੀ ਭੇਜਿਆ ਹੈ। ਭਗਤ ਨਾਮਦੇਵ ਜੀ ਨੇ ਕਿਹਾ, ਉਹ ਪਰਮਾਤਮਾ ਆਪ ਆਏ ਸਨ। ਜਿਹੜੀਆਂ ਬਾਕੀ ਬਚੀਆਂ ਸੋਨੇ ਦੀਆਂ ਮੁੰਦਰਾਂ ਹਨ ਉਹ ਸਾਰੀਆਂ ਪੰਡਤਾਂ ਨੂੰ ਦਾਨ ਕਰ ਦਈਏ। ਫਿਰ ਭਗਤ ਨਾਮਦੇਵ ਜੀ ਪੰਡਤਾਂ ਨੂੰ ਸੱਦਣ ਵਾਸਤੇ ਚਲੇ ਗਏ। ਪਿੱਛੋਂ ਰਾਜਾ ਬਾਈ ਨੇ ਕੁਝ ਸੋਨੇ ਦੀਆਂ ਮੁੰਦਰਾਂ ਆਪਣੇ ਪਾਸ ਲੁਕਾ ਕੇ ਰੱਖ ਲਈਆਂ
ਭਗਤ ਜੀ ਨੇ ਥੈਲੇ ਵਿੱਚ ਬਚੀਆਂ ਮੁੰਦਰਾਂ ਪੰਡਤਾਂ ਨੂੰ ਦਾਨ ਕਰ ਦਿੱਤੀਆਂ। ਜਦੋਂ ਰਾਜਾ ਬਾਈ ਨੇ ਲੁਕਾ ਕੇ ਰੱਖੀਆਂ ਹੋਈਆਂ ਮੁੰਦਰਾਂ ਵੇਖੀਆਂ ਤਾਂ ਉਹ ਲੱਕੜ ਦੇ ਕੋਲੇ ਬਣ ਗਈਆਂ। ਇਹ ਵੇਖ ਕੇ ਰਾਜਾ ਬਾਈ ਬੜੀ ਹੈਰਾਨ ਹੋਈ ਤੇ ਸਾਰੀ ਕਹਾਣੀ ਭਗਤ ਜੀ ਨੂੰ ਦੱਸੀ। ਭਗਤ ਨਾਮਦੇਵ ਜੀ ਨੇ ਰਾਜਾ ਬਾਈ ਨੂੰ ਕਿਹਾ ਕਿ ਲੁਕਾ ਕੇ ਰੱਖੀਆਂ ਹੋਈਆਂ ਮੁੰਦਰਾਂ ਲੈ ਕੇ ਆਓ। ਜਦੋਂ ਉਹ ਕੋਲੇ ਹੋਈਆਂ ਮੁੰਦਰਾਂ ਰਾਜਾ ਬਾਈ ਨੇ ਭਗਤ ਜੀ ਨੂੰ ਲਿਆ ਕੇ ਦਿਖਾਈਆਂ ਤਾਂ ਉਹ ਮੁੜ ਸੋਨੇ ਦੀਆਂ ਬਣ ਗਈਆਂ। ਰਾਜਾ ਬਾਈ ਇਹ ਸਭ ਕੁਝ ਦੇਖ ਕੇ ਜਾਣ ਗਈ ਕਿ ਭਗਤ ਨਾਮਦੇਵ ਜੀ ਦੀ ਭਗਤੀ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਚੁੱਕੀ ਹੈ। ਉਹ ਬਾਕੀ ਰਹਿੰਦੀਆਂ ਮੁੰਦਰਾਂ ਵੀ ਭਗਤ ਨਾਮਦੇਵ ਜੀ ਨੇ ਪੰਡਤਾਂ ਨੂੰ ਦਾਨ ਕਰ ਦਿੱਤੀਆਂ। ਉਸ ਦਿਨ ਤੋਂ ਪਿੱਛੋਂ ਰਾਜਾ ਬਾਈ ਨੇ ਭਗਤ ਨਾਮਦੇਵ ਜੀ ਨੂੰ ਕਦੇ ਵੀ ਕੋਈ ਘਰ ਦਾ ਕੰਮ ਕਰਨ ਲਈ ਨਹੀਂ ਕਿਹਾ, ਸਗੋਂ ਉਹ ਆਪ ਵੀ ਪ੍ਰਭੂ ਭਗਤੀ ਵਿੱਚ ਮਗਨ ਰਹਿਣ ਲੱਗ ਪਈ। ਜੋ ਗੁਰ ਦਿਓ ਤਾਂ ਮਿਲੈ ਮੁਰਾਰ, ਜੋ ਗੁਰ ਦਿਓ ਤਾਂ ਉਤਰੈ ਪਾਰ, ਜੋ ਗੁਰ ਦਿਓ ਤਾਂ ਬੈਕੁੰਠ ਤਰੈ, ਜੋ ਗੁਰ ਦਿਓ ਤਾਂ ਜੀਵਤ ਮਰੈ। ਸਤ 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 ਗੁਰਦੇਵ, ਝੂਠ 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 ਆਨ ਸਭ ਸੇਵ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।